ਜਿੱਥੇ ਸਿੱਧਾਂ ਦੀ ਮੰਡਲੀ ਜਿਹੜੀ ਹੈ ਯੋਗ ਆਸਨ ਕਰਨ ਦੇ ਵਿੱਚ ਲੱਗੀ ਹੋਈ ਸੀ। ਜਦੋਂ ਸਿੱਧਾਂ ਦੇ ਮੁਖੀ ਗੋਰਖਨਾਥ ਨੂੰ ਪਤਾ ਲੱਗਾ, ਉਹਨੇ ਚਾਹਿਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਯੋਗ ਮਤ ਵਿੱਚ ਲੈ ਆਂਦਾ ਜਾਵੇ, ਮੇਰੀ ਸਾਰੇ ਸੰਸਾਰ ਦੇ ਉੱਪਰ ਜੈ ਜੈਕਾਰ ਹੋਵੇਗੀ। ਇਸ ਮਕਸਦ ਦੇ ਨਾਲ ਗੋਰਖਨਾਥ ਅਗਲਵੰਡੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਆ ਜਾਂਦਾ ਹੈ। ਸਤਿਗੁਰੂ ਦੇ ਨਾਲ ਚਰਚਾ ਕਰਨ ਦਾ ਯਤਨ ਕਰਦਾ ਹੈ। ਫਿਰ ਮਹਾਰਾਜ ਦੇ ਸਾਹਮਣੇ ਤਾਕਤ ਵਿਖਾਉਣ ਦਾ ਯਤਨ ਕਰਦਾ ਹੈ। ਪਰ ਜਦੋਂ ਤਾਕਤ ਵਿੱਚ ਵੀ ਫੇਲ ਹੋ ਗਿਆ, ਚਰਚਾ ਵਿੱਚ ਵੀ ਫੇਲ ਹੋ ਗਿਆ, ਤੇ ਉੱਥੋਂ ਚਲਿਆ ਜਾਂਦਾ ਹੈ। ਜਾ ਕੇ ਜਿੱਥੇ ਸਾਰੇ ਸਿੱਧ ਇਕੱਠੇ ਬੈਠੇ ਸਨ, ਉਹਨਾਂ ਸਾਰਿਆਂ ਨੂੰ ਬੁਲਾਉਂਦਾ ਹੈ। ਇਕੱਠਿਆਂ ਬੁਲਾ ਕੇ ਆਖਦਾ ਹੈ ਕਿ ਗੁਰੂ ਨਾਨਕ ਸਾਹਿਬ ਕੋਈ ਅਵਤਾਰੀ ਪੁਰਸ਼ ਹੈ, ਉਹ ਸਾਡੇ ਵਾਲੇ ਪਾਸੇ ਨੂੰ ਸਮੇਰ ਪਰਬਤ ਦੇ ਉੱਪਰ ਆ ਰਹੇ ਆ। ਜਾਓ, ਕੋਈ ਗੁਰੂ ਨਾਨਕ ਸਾਹਿਬ ਨੂੰ ਰਸਤੇ ਦੇ ਵਿੱਚ ਰੋਕੋ, ਉਹਨਾਂ ਨੂੰ ਯੋਗ ਮਤ ਵਿੱਚ ਸ਼ਾਮਲ ਕਰਵਾਓ। ਸਾਰਿਆਂ ਤੋਂ ਪਹਿਲਾਂ ਸਤਿਗੁਰੂ ਨੂੰ ਰੋਕਣ ਵਾਸਤੇ ਮੁਸ਼ੰਦਰਨਾਥ ਆਉਂਦਾ ਹੈ। ਉਹਨੇ ਆਣ ਕੇ ਸਤਿਗੁਰੂ ਨੂੰ ਸਵਾਲ ਜਵਾਬ ਕੀਤੇ। ਮਹਾਰਾਜ ਨੇ ਜਵਾਬ ਦਿੱਤੇ। ਜਦੋਂ ਸਤਿਗੁਰੂ ਦੇ ਸਾਹਮਣੇ ਕੋਈ ਪੇਸ਼ ਨਾ ਗਈ ਤੇ ਮੁਸ਼ੰਦਰਨਾਥ ਦੌੜ ਗਿਆ। ਫਿਰ ਲੋਹਾ ਰੀਪਾ ਆਇਆ। ਉਹਨੇ ਵੀ ਮਹਾਰਾਜ ਨੂੰ ਸਰੀਰ ਦੇ ਬਾਰੇ ਕਈ ਪ੍ਰਕਾਰ ਦੀਆਂ ਗੱਲਾਂ ਬਾਰੇ ਪੁੱਛਿਆ। ਜਦੋਂ ਨਾ ਪੇਸ਼ ਗਈ ਤੇ ਉਹ ਵੀ ਦੌੜ ਗਿਆ। ਫਿਰ ਇੱਦਾਂ ਕਰਕੇ ਵਾਰੀ ਵਾਰੀ ਸਿੱਧ ਜਿਹੜੇ ਹਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਚਰਚਾ ਕਰਨ ਵਾਸਤੇ ਆ ਰਹੇ ਨੇ, ਤੇ ਸਤਿਗੁਰੂ ਦੇ ਨਾਲ ਚਰਚਾ ਕਰਕੇ ਹਾਰ ਕੇ ਵਾਪਸ ਚਲੇ ਜਾਂਦੇ ਹੈ। ਕਵੀ ਸੰਤੋਖ ਸਿੰਘ ਜੀ ਅੱਜ ਦੇ ਇਸ ਪ੍ਰਸੰਗ ਦੇ ਰਾਹੀਂ ਦਰਸਾ ਰਹੇ ਹਨ। ਲੜੀਵਾਰ ਇਤਿਹਾਸ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਇਸ ਲਈ ਆਪ ਸੰਗਤ ਰਸਨਾ ਤੋਂ ਉਚਾਰਨ ਕਰਿਓ। ਸਾਰੇ ਆਖਿਓ ਜੀ ਸਤਿਨਾਮ ਵਾਹਿਗੁਰੂ ਸਾਹਿਬ ਜੀ। ਜਦੋਂ ਲੋਹਾ ਰੀਪਾ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਵਿਚਾਰ ਕੀਤੀ, ਚਰਚਾ ਕੀਤੀ, ਸਤਿਗੁਰੂ ਦੇ ਸਾਹਮਣੇ ਹਾਰ ਗਿਆ। ਮਹਾਰਾਜ ਨੇ ਉਪਦੇਸ਼ ਦਿੱਤਾ ਹੈ। ਲੋਹਾ ਰੀਪਾ ਬੜਾ ਖੁਸ਼ ਹੋਇਆ। ਇਉਂ ਮਹਿਸੂਸ ਹੋਇਆ ਜਿਵੇਂ ਉਸ ਦਾ ਜਨਮ ਜਿਹੜਾ ਹੈ ਉਹ ਸਫਲ ਹੋ ਗਿਆ ਹੋਵੇ, ਕਿਉਂਕਿ ਉਹਨੇ ਜਗਤ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਬੈਠ ਕੇ ਵਿਚਾਰ ਚਰਚਾ ਕੀਤੀ ਸੀ। ਫਿਰ ਲੋਹਾ ਰੀਪਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲੋਂ ਆਗਿਆ ਲੈ ਕੇ ਵਾਪਸ ਮੁੜ ਜਾਂਦਾ ਹੈ ਤੇ ਗੋਰਖਨਾਥ ਦੇ ਕੋਲ ਚਲਿਆ ਜਾਂਦਾ ਹੈ। ਜਾ ਕੇ ਆਖਦਾ ਹੈ ਆਦੇਸ਼ ਆਦੇਸ਼। ਜਿਸ ਪ੍ਰਕਾਰ ਦੇ ਨਾਲ ਕੋਈ ਵੀ ਮਨੁੱਖ ਦੂਸਰੇ ਮਨੁੱਖ ਨੂੰ ਮਿਲਦਾ ਹੈ ਨਾ, ਉਹ ਕੋਈ ਨਾ ਕੋਈ ਉਹਦੇ ਵਾਸਤੇ ਸਤਿਕਾਰ ਦੇ ਸ਼ਬਦ ਕਹਿੰਦਾ ਹੈ। ਜਿਵੇਂ ਅੱਜ ਦੇ ਸਮੇਂ ਦੌਰਾਨ ਭਾਵੇਂ ਸਿੱਖ ਜਗਤ ਸਿੱਖ ਨੂੰ ਮਿਲੇ ਤੇ ਗੁਰੂ ਫਤਿਹ ਬੁਲਾਉਣੀ ਹੁੰਦੀ ਹੈ, ਪਰ ਸੁਭਾਵਿਕ ਜੀ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ ਜਾਂਦੀ ਹੈ। ਇਸਲਾਮ ਵਾਲੇ ਜਿਹੜੇ ਹੈ ਸਲਾਮਾ ਲੇਕਨ ਆਖਦੇ ਹੈ। ਜਿਹੜਾ ਅਗਲਾ ਮਿਲਦਾ ਵਾਲੇਕਮ ਸਲਾਮ ਆਖਦਾ ਹੈ। ਕਈ ਧਰਮਾਂ ਦੇ ਲੋਕ ਖੁਦਾ ਆਫਿਸ ਆਖਦੇ ਹੈ। ਸਨਾਤਨ ਧਰਮ ਵਾਲੇ ਰਾਮ ਰਾਮ ਆਖਦੇ ਹੈ। ਇੱਦਾਂ ਹੀ ਜਿਹੜੇ ਜੋਗੀ ਸਨ ਉਹ ਜਦੋਂ ਇੱਕ ਦੂਸਰੇ ਨੂੰ ਮਿਲਦੇ ਆ ਉਹ ਆਦੇਸ਼ ਆਦੇਸ਼ ਆਖਦੇ। ਆਦੇਸ਼ ਦਾ ਅਰਥ ਹੁੰਦਾ ਨਮਸਕਾਰ। ਇੱਦਾਂ ਜਾ ਕੇ ਫਿਰ ਲੋਹਾ ਰੀਪਾ ਨੇ ਗੋਰਖਨਾਥ ਨੂੰ ਜਾ ਕੇ ਆਦੇਸ਼ ਆਦੇਸ਼ ਕਿਹਾ ਹੈ। ਜਾ ਕੇ ਲੋਹਾ ਰੀਪਾ ਆਖਦਾ ਏ ਗੋਰਖਨਾਥ ਨੂੰ, ਕਹਿੰਦਾ ਗੁਰੂ ਜੀ ਨਾਨਕ ਅਵਤਾਰੀ ਪੁਰਸ਼ ਹੈ। ਉਹ ਕੋਈ ਆਮ ਇਨਸਾਨ ਨਹੀਂ ਹੈ, ਉਹ ਇੱਕ ਸੰਪੂਰਨ ਮਨੁੱਖ ਹੈ।
ਅਸੀਂ ਉਹਦੇ ਨਾਲ ਚਰਚਾ ਨਹੀਂ ਕਰ ਸਕਦੇ, ਅਸੀਂ ਤੇ ਉਹਦੀ ਚਰਨ ਧੂੜ ਵਰਗੇ ਵੀ ਨਹੀਂ ਹੋ ਸਕਦੇ। ਲੋਹਾ ਰੀਪਾ ਕਹਿੰਦਾ ਕੋਈ ਵੀ ਮਨੁੱਖ ਗੁਰੂ ਨਾਨਕ ਸਾਹਿਬ ਦੀ ਬਰਾਬਰਤਾ ਨਹੀਂ ਕਰ ਸਕਦਾ। ਗੁਰੂ ਨਾਨਕ ਸਾਹਿਬ ਮਹਾਰਾਜ ਵਰਗੀ ਬੁੱਧੀ, ਉਹਨਾਂ ਵਰਗੀ ਮੱਤ ਕਿਸੇ ਵਿੱਚ ਵੀ ਨਹੀਂ ਹੋ ਸਕਦੀ। ਉਹ ਸਾਰਿਆਂ ਤੋਂ ਸ੍ਰੇਸ਼ਟ ਹਨ, ਇਸ ਕਰਕੇ ਉਹਨਾਂ ਦੀ ਬਰਾਬਰਤਾ, ਉਹਨਾਂ ਦੇ ਨਾਲ ਤੁਲਨਾ ਕਿਸੇ ਦੀ ਨਹੀਂ ਹੋ ਸਕਦੀ। ਲੋਹਾ ਰੀਪਾ ਕਹਿਣ ਲੱਗਿਆ, ਗੋਰਖਨਾਥ ਜੀ ਤੁਸੀਂ ਜਿੰਨੇ ਮਰਜ਼ੀ ਸਿੱਧਾਂ ਨੂੰ ਭੇਜੀ ਜਾਓ, ਪਰ ਕੋਈ ਵੀ ਤੁਹਾਡਾ ਸਿੱਧ ਗੁਰੂ ਨਾਨਕ ਸਾਹਿਬ ਨੂੰ ਜਿੱਤ ਨਹੀਂ ਸਕਦਾ। ਕੋਈ ਵੀ ਨਹੀਂ ਜਿਹੜਾ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਗੱਲ ਕਰ ਸਕੇ। ਉਹਨਾਂ ਨੂੰ ਜਿੱਤਣ ਦੀ ਸਮਰੱਥਾ ਕਿਸੇ ਵਿੱਚ ਵੀ ਨਹੀਂ। ਇਹ ਗੱਲ ਸੁਣੀ ਜਦੋਂ ਗੋਰਖਨਾਥ ਨੇ, ਤੇ ਫਿਰ ਉਸ ਨੇ ਕਿਹਾ ਹੈ, ਉਸ ਵਕਤ ਗੋਰਖਨਾਥ ਆਖਦਾ ਹੈ, ਕਹਿੰਦਾ ਲੋਹਾ ਰੀਪਾ ਤੂੰ ਆਇਆ ਹੈ ਵਾਪਸ, ਇੱਥੇ ਆਣ ਕੇ ਚੁੱਪ ਕਰਕੇ ਮੇਰੇ ਲਾਗੇ ਬੈਠ ਜਾ, ਆਪਣੇ ਮੂੰਹ ਨੂੰ ਬੰਦ ਰੱਖ। ਜਿਹੜੇ ਮੂੰਹ ਦੇ ਵਿੱਚੋਂ ਤੂੰ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਕਰੀ ਜਾ ਰਿਹਾ ਹੈ, ਇਸ ਮੂੰਹ ਨੂੰ ਤੂੰ ਬੰਦ ਕਰਕੇ ਰੱਖਣਾ ਕਰ। ਕਹਿੰਦਾ ਕਿ ਤੂੰ ਉਹਦੀ ਗੱਲ ਕਰਨ ਲੱਗ ਗਿਆ, ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਦੀ ਗੱਲ ਜਿਹੜੀ ਹੈ ਉਹ ਕਰਨ ਲੱਗ ਗਿਆ ਹੈ। ਤੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਕਹਿੰਦਾ ਕਿ ਜਦੋਂ ਸਾਡੀ ਗੱਲਬਾਤ ਹੋਏਗੀ ਫਿਰ ਵੇਖਿਆ ਜਾਏਗਾ ਵੀ ਕਿਹਦਾ ਹੰਕਾਰ ਜਾਂਦਾ ਹੈ ਤੇ ਕਿਹਦਾ ਰਹਿੰਦਾ ਹੈ, ਇਹ ਬਾਅਦ ਚ ਪਤਾ ਲੱਗੇਗਾ। ਕਹਿੰਦਾ ਤੂੰ ਸਾਡੇ ਬਾਰੇ ਜਾਣਦਾ ਨਹੀਂ ਅਜੇ, ਅਸੀਂ ਵੀ ਕੀ ਕੁਝ ਕਰਨ ਦੀ ਸਮਰੱਥਾ ਰੱਖਦੇ ਹਾਂ। ਉਸ ਵਕਤ ਫਿਰ ਗੋਰਖਨਾਥ ਨੇ ਸਾਰੇ ਸਿੱਧ ਫੇਰ ਦੁਬਾਰਾ ਤੋਂ ਆਪਣੇ ਕੋਲ ਸੱਦ ਲਏ ਹਨ। ਏਦਾਂ ਹੀ ਫਿਰ ਸਾਰੇ ਸਿੱਧਾਂ ਨੇ ਇਕੱਠੇ ਹੋ ਕੇ ਸਾਰਿਆਂ ਨੇ ਇੱਕ ਦੂਜੇ ਨੂੰ ਆਦੇਸ਼ ਕਿਹਾ ਹੈ, ਭਾਵ ਨਮਸਕਾਰ ਕੀਤੀ ਹੈ, ਤੇ ਇੱਕ ਦੂਸਰੇ ਦੇ ਲਾਗੇ ਹੋ ਕੇ ਬੈਠ ਗਏ ਹਨ। ਗੋਰਖਨਾਥ ਫਿਰ ਆਪਣੇ ਚੇਲਿਆਂ ਨੂੰ ਆਖਦਾ, ਕਹਿੰਦਾ ਤੁਸੀਂ ਸਿੱਧ ਹੋ ਤੇ ਬੜੇ ਕਲਾਵਾਨ ਸਿੱਧ ਹੋ, ਤੁਹਾਡੇ ਵਰਗਾ ਕੋਈ ਵੀ ਨਹੀਂ ਹੈ। ਕਹਿੰਦਾ ਤੁਹਾਡੇ ਵਿੱਚੋਂ ਕਿਹੜਾ ਸਭ ਤੋਂ ਸ੍ਰੇਸ਼ਟ ਹੈ, ਜਿਹੜਾ ਕਲਾਧਾਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਿੱਤ ਕੇ ਆਵੇ। ਇਹ ਗੱਲ ਸੁਣੀ ਗੋਰਖਨਾਥ ਦੀ। ਗੋਰਖਨਾਥ ਕਹਿੰਦਾ ਜਾਓ ਜਿੱਤ ਕੇ ਲਿਆਓ ਕੋਈ। ਇਹ ਗੱਲ ਸੁਣ ਕੇ ਭੰਗਰਨਾਥ ਉੱਠਦਾ ਏ, ਉੱਠ ਕੇ ਤੇ ਆਪਣੇ ਗੁਰੂ ਨੂੰ ਭਾਵ ਗੋਰਖਨਾਥ ਨੂੰ ਆਖਦਾ, ਕਹਿੰਦਾ ਮੈਨੂੰ ਆਗਿਆ ਦਿਓ, ਮੈਂ ਜਾਵਾਂਗਾ ਗੁਰੂ ਨਾਨਕ ਸਾਹਿਬ ਨੂੰ ਜਿੱਤਣ ਵਾਸਤੇ। ਉਸ ਵਕਤ ਭੰਗਰਨਾਥ ਆਖਦਾ, ਕਹਿੰਦਾ ਮੈਂ ਵੇਖਦਾ ਭਲਾ ਨਾਨਕ ਵਿੱਚ ਕਿੰਨੀ ਕੁ ਸ਼ਕਤੀ ਹੈ, ਕਿੰਨੀ ਕੁ ਤਾਕਤ ਹੈ, ਕਿੰਨਾ ਕੁ ਕਾਬਲ ਹੈ ਮੇਰੇ ਨਾਲ ਚਰਚਾ ਕਰਨ ਦੇ, ਕਿੰਨਾ ਕੁ ਵੱਡਾ ਦਿਖਾਈ ਦਿੰਦਾ, ਜਿਹਦੇ ਤੋਂ ਸਾਰੇ ਹੀ ਸਿੱਧ ਆਪਣੇ ਡਰੀ ਜਾ ਰਹੇ ਹਨ। ਭੰਗਰਨਾਥ ਕਹਿੰਦਾ ਜਾਂ ਤੇ ਨਾਨਕ ਜੀ ਨੂੰ ਪਿੱਛੇ ਮੋੜ ਕੇ ਆਵਾਂਗਾ, ਜੇ ਨਹੀਂ ਤੇ ਫਿਰ ਉਹਨੂੰ ਆਪਣੇ ਪੈਰਾਂ ਦੇ ਵਿੱਚ ਸੁੱਟ ਲਵਾਂਗਾ, ਮੈਂ ਚੇਲਾ ਬਣਾ ਲਵਾਂਗਾ, ਉਹਨੂੰ ਕੋਈ ਨਾ ਕੋਈ ਕੰਮ ਕਰਕੇ ਵਾਪਸ ਆਵਾਂਗਾ। ਭੰਗਰਨਾਥ ਕਹਿੰਦਾ ਤਾਰੇ ਤੋੜਨ ਦੀ ਸ਼ਕਤੀ ਹੈ ਮੇਰੇ ਵਿੱਚ, ਇਹ ਮੇਰੇ ਸਾਹਮਣੇ ਆਮ ਬੰਦਾ ਕੀ ਕਰ ਸਕਦਾ। ਤਾਰੇ ਤੋੜਨ ਦਾ ਭਾਵ ਇਹ ਵੀ ਹੁੰਦਾ ਹੈ, ਆਪਾਂ ਸੁਭਾਵਿਕ ਹੀ ਕਿਸੇ ਨੂੰ ਕਹਿੰਦੇ ਤੇ ਗੱਲਾਂ ਨਾਲ ਤਾਰੇ ਤੋੜ ਦਿੰਦਾ। ਉਹ ਵੈਸੇ ਸਿੱਧ ਲੋਕ ਜਿਹੜੇ ਸਨ ਇੰਨੇ ਕੋ ਚਾਲਬਾਜ਼ ਗੱਲਾਂ ਵਾਲੇ ਤਾਰੇ ਤੋੜਨ ਦੇ ਬਰਾਬਰ ਸਨ। ਉਹ ਕਹਿੰਦਾ ਮੇਰੇ ਵਿੱਚ ਇੰਨੀ ਤਾਕਤ ਹੈ, ਮੈਂ ਆਪਣੀ ਤਾਕਤ ਜਿਹੜੀ ਨਾਨਕ ਜੀ ਨੂੰ ਵਿਖਾਵਾਂਗਾ, ਮੇਰੀ ਤਾਕਤ ਦੇ ਸਾਹਮਣੇ ਕੋਈ ਟਿਕ ਨਹੀਂ ਸਕੇਗਾ।
ਗੋਰਖਨਾਥ ਨੇ ਭੰਗਰਨਾਥ ਨੂੰ ਜਾਣ ਦੀ ਆਗਿਆ ਦਿੱਤੀ ਹੈ, ਨਾਲੇ ਕਿਹਾ ਵੀ ਜਾਓ ਤੁਸੀਂ ਜਾ ਕੇ ਤੇ ਨਾਨਕ ਨੂੰ ਜਿੱਤ ਕੇ ਵਾਪਸ ਆਓ। ਬੋਲਣ ਮੈਂ ਸਭ ਭਾਂਤ ਪ੍ਰਵੀਨ ਹੋ ਪੰਥ ਮੈਂ ਨੂੰ ਜੈਸ ਨਿਰਾਰੂ। ਨਾਲੇ ਫਿਰ ਜਿਵੇਂ ਜਾਣ ਤੋਂ ਪਹਿਲਾਂ ਅਸੀਸਾਂ ਦੇਈਦੀਆਂ ਨਾ, ਇੱਦਾਂ ਗੋਰਖਨਾਥ ਨੇ ਦਿੱਤੀਆਂ। ਕਹਿੰਦਾ ਭੰਗਰਨਾਥ ਜਾ, ਤੇਰੇ ਵਿੱਚ ਬੜੀ ਮੁਹਾਰਤ ਹੈ, ਤੇਰੇ ਵਿੱਚ ਬੜੇ ਵੱਡੇ ਗੁਣ ਹੈ, ਮੈਨੂੰ ਪੂਰਨ ਯਕੀਨ ਹੈ ਤੂੰ ਨਾਨਕ ਨੂੰ ਜਿੱਤ ਕੇ ਸਿੱਧ ਬਣਾ ਕੇ ਹੀ ਵਾਪਸ ਮੁੜੇਗਾ। ਸ਼ੋਨਾ ਪ੍ਰਸੰਸ ਸੁਣੀ ਭਗਰ ਬਿਓ ਉਰ ਭੰਗਰ ਤੂਰਨ ਕੀ ਪਧਾਰੇ। ਬੰਦੇ ਦੀ ਕੋਈ ਫੋਕੀ ਵਡਿਆਈ ਕਰਦੇ ਉਦਾਂ ਹੀ ਫੁੱਲ ਜਾਂਦਾ ਹੈ। ਭੰਗਰਨਾਥ ਨੇ ਵੀ ਆਪਣੀ ਵਡਿਆਈ ਸੁਣੀ, ਤੇ ਸੁਣੀ ਕਿਹਦੇ ਕੋਲੋਂ? ਆਪਣੇ ਗੁਰੂ ਦੇ ਮੂੰਹ ਦੇ ਵਿੱਚੋਂ। ਉਹ ਹੰਕਾਰ ਦੇ ਨਾਲ ਫੁੱਲ ਗਿਆ। ਕਹਿੰਦਾ ਵਾਕਿਆ ਹੀ ਮੇਰੇ ਵਰਗਾ ਕੌਣ ਹੋਵੇਗਾ? ਆਪਣੀ ਵਡਿਆਈ ਆਪਣੀ ਪ੍ਰਸ਼ੰਸਾ ਸੁਣ ਕੇ ਭੰਗਰਨਾਥ ਹੰਕਾਰ ਵਿੱਚ ਆ ਜਾਂਦਾ ਹੈ। ਭੇਦ ਨ ਜਾਣ ਤੁਯੋ ਨਿਗ ਮਾਗਮ ਕੋਈ ਰੂਪ ਅਧਾਰੂ। ਕਵੀ ਸੰਤੋਖ ਸਿੰਘ ਕਹਿੰਦੇ ਮੂਰਖ ਸੀ ਭੰਗਰਨਾਥ, ਜਿਹਨੂੰ ਸਮਝ ਕੋਈ ਨਾ ਆਈ। ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਚਰਚਾ ਕਰਨ ਚੱਲਿਆ ਹੈ, ਜਿਹੜੇ ਗੁਰੂ ਨੂੰ ਕੋਈ ਜਿੱਤ ਹੀ ਨਹੀਂ ਸਕਦਾ। ਨਾ ਭੰਗਰਨਾਥ ਨੂੰ ਸ਼ਾਸਤਰਾਂ ਦੇ ਬਾਰੇ ਗ੍ਰੰਥਾਂ ਦੇ ਬਾਰੇ ਕੋਈ ਸਮਝ ਆਈ, ਨਾ ਉਹਨੂੰ ਆਪਣੇ ਬਾਰੇ ਕੋਈ ਸਮਝ ਹੈ। ਸਤਿਗੁਰੂ ਦੇ ਨਾਲ ਤੁਰ ਪਿਆ ਚਰਚਾ ਕਰਨ ਵਾਸਤੇ। ਸ੍ਰੀ ਗੁਰੂ ਜੀ ਗਮਨੇ ਤੇ ਆਗੇ ਕੋ ਮੰਦ ਹੀ ਮੰਦ ਸੁਚਾਰ ਸੁਹਾਈ। ਦੂਸਰੇ ਪਾਸੇ ਜਗਤ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਹੌਲੀ ਹੌਲੀ ਤੁਰਦੇ ਤੁਰਦੇ ਸੁਮੇਰ ਪਰਬਤ ਵਾਲੇ ਪਾਸੇ ਨੂੰ, ਭਾਵ ਸਿੱਧਾਂ ਵਾਲੇ ਪਾਸੇ ਨੂੰ ਤੁਰੇ ਜਾ ਰਹੇ ਸਨ। ਤੁਰੇ ਜਾਂਦਿਆਂ ਸਤਿਗੁਰੂ ਬੜੇ ਸੋਹਣੇ ਲੱਗਦੇ ਪਏ ਸਨ। ਉੱਚੇ ਗਏ ਜਬ ਹੀ ਬਹੁਤੇ ਮਰਦਾਨੇ ਤਬੇ ਮੁਖ ਬਾਣੀ ਲਾਈ। ਜਿਉਂ-ਜਿਉਂ ਉੱਚੇ ਜਾ ਰਹੇ ਸਨ ਪਹਾੜ ਵਾਲੇ ਪਾਸੇ ਨੂੰ, ਪਰਬਤ ਵਾਲੇ ਪਾਸੇ ਨੂੰ, ਉਹ ਉੱਚੇ ਸਮੇਰ ਪਰਬਤ ਦੀ ਉਚਾਈ ਜਿਹੜੀ ਹੈ ਪ੍ਰਿੰਸੀਪਲ ਸਤਬੀਰ ਸਿੰਘ ਹੋਣਾ ਨੇ 19,000 ਫੁੱਟ ਲਿਖੀ ਹੈ। ਕਹਿੰਦੇ ਇੰਨਾ ਉੱਚਾ ਜਿਹੜਾ ਉਹ ਸਮੇਰ ਪਰਬਤ ਸੀ। ਜਿਉਂ-ਜਿਉਂ ਤਾਂ ਨੂੰ ਉਚਾਈ ਵਾਲੇ ਪਾਸੇ ਜਾ ਰਹੇ ਸਨ, ਤਿਉਂ-ਤਿਉਂ ਮਰਦਾਨਾ ਸਤਿਗੁਰੂ ਨੂੰ ਗੱਲਾਂ ਕਰਦਾ ਹੋਇਆ ਬਚਨ ਆਖ ਰਿਹਾ ਸੀ। ਦੇਖ ਰਿਓ ਨਿਤ ਲੋਚਨ ਸੰਗ ਮਚਨ ਕਵੇ ਨ ਦੇਤ ਦਿਖਾਈ। ਮਰਦਾਨਾ ਕਹਿ ਰਿਹਾ ਸੀ ਮਹਾਰਾਜ ਦੇਖੋ ਚੰਦਰਮਾ ਕਿਤੇ ਦਿਖਾਈ ਨਹੀਂ ਦਿੰਦਾ, ਮੈਨੂੰ ਅੱਖਾਂ ਦੇ ਨਾਲ ਕਿਤੇ ਇਹ ਚੰਦਰਮਾ ਨਹੀਂ ਦਿਸਦਾ। ਇਦਾਂ ਕਰਕੇ ਆ ਦੇਖੋ ਪਹਾੜ ਹੀ ਪਹਾੜ ਨਜ਼ਰ ਆਈ ਜਾ ਰਹੇ ਹਨ। ਮਰਦਾਨਾ ਕਹਿੰਦਾ ਮਹਾਰਾਜ ਉੱਪਰ ਨੂੰ ਨਹੀਂ ਦਿਸਦਾ, ਕਿਹੜੇ ਪਾਸੇ ਵੇਖਾਂ ਚੰਦਰਮਾ, ਕਿਹੜੇ ਪਾਸੇ ਸਾਨੂੰ ਦਿਖਾਈ ਦੇਵੇਗਾ? ਉਹ ਕਿੱਥੇ ਚਲਿਆ ਗਿਆ ਹੈ? ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਰਾਤ ਦੇ ਹਨੇਰੇ ਵਿੱਚ ਨਿਕਲਣ ਵਾਲਾ ਚੰਦਰਮਾ ਜਿਹੜਾ ਹੈ ਨਾ ਮਰਦਾਨਿਆਂ, ਉਹ ਇੱਕ ਪਾਸੇ ਨੂੰ ਚਲਿਆ ਗਿਆ। ਤੂੰ ਉਹ ਲਹਿੰਦੇ ਵਾਲੇ ਪਾਸੇ ਨੂੰ ਵੇਖ, ਉਧਰ ਤੈਨੂੰ ਚੰਦਰਮਾ ਦਿਖਾਈ ਦੇਵੇਗਾ। ਇੰਨੇ ਉੱਚੇ ਚਲੇ ਗਏ ਸੀ ਕਿ ਸੂਰਜ ਤੇ ਚੰਦਰਮਾ ਜਿਹੜਾ ਉਹ ਨੀਵੇਂ ਦਿਖਾਈ ਦੇ ਰਹੇ ਸਨ। ਭਾਵ ਜਦੋਂ ਸੂਰਜ ਜਿਹੜਾ ਛਿਪਣ ਵਾਲਾ ਹੋਵੇ ਨਾ, ਇਉਂ ਲੱਗਦਾ ਜਿਵੇਂ ਧਰਤੀ ਦੇ ਨੇੜੇ ਆ ਗਿਆ ਹੁੰਦਾ। ਤੋ ਇਦਾਂ ਕਰਕੇ ਪਹਾੜ ਤੋਂ ਨੀਵੇਂ ਵਾਲੇ ਪਾਸੇ ਨੂੰ ਸੂਰਜ ਤੇ ਚੰਦਰਮਾ ਦਿਖਾਈ ਦੇ ਰਹੇ ਸਨ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਮਰਦਾਨੇ ਅਜੇ ਇਸ ਤੋਂ ਵੀ ਉੱਚੇ ਹੋਰ ਬੜੇ ਅਸਥਾਨ ਨੇ। ਉੱਪਰ ਸਮੇਰ ਪਰਬਤ ਹੈ, ਸੁੰਦਰ ਸਥਾਨ ਜਿਹੜੇ ਉਹ ਬਣੇ ਹੋਏ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਰਦਾਨਿਆਂ ਸਿਖਰ ਦੇ ਉੱਪਰ ਸਮੇਰ ਪਰਬਤ ਜਿੱਥੇ ਸਿੱਧ ਲੋਕ ਬੈਠੇ ਹੋਏ ਨੇ, ਵੱਡੀਆਂ ਸ਼ਕਤੀਆਂ ਲੈ ਕੇ ਬੈਠੇ ਹੋਏ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਮਰਦਾਨੇ ਨੂੰ ਦੱਸ ਰਹੇ ਸਨ ਮਰਦਾਨਿਆਂ ਇੱਥੇ ਤਿਆਗੀ ਜੀਵ ਜਿਹੜੇ ਹਨ, ਰਿਸ਼ੀ ਮੁਨੀ ਇਤਿਆਦਿਕ ਜਿਹੜੇ ਬੈਠ ਕੇ ਤਪੱਸਿਆ ਕਰਦੇ ਰਹੇ ਹਨ। ਸਤਿਗੁਰੂ ਕਹਿਣ ਲੱਗੇ ਕਹਿੰਦੇ ਮਰਦਾਨਿਆਂ ਇੱਥੇ ਧਰੂਵ ਵਰਗੇ ਭਗਤ, ਇੱਥੇ ਤਪਸਵੀ ਲੋਕ ਜਿਹੜੇ ਹਨ, ਪ੍ਰਹਿਲਾਦ ਵਰਗੇ ਲੋਕ, ਕਈ ਤਪਸਵੀ ਜਿਹੜੇ ਇੱਥੇ ਬੈਠ ਕੇ ਤਪੱਸਿਆ ਕਰਦੇ ਰਹੇ, ਰੱਬ ਦੀ ਭਗਤੀ ਕਰਦੇ ਰਹੇ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨਿਆਂ ਹੌਲੀ ਹੌਲੀ ਬਸ ਤੁਰਿਆ ਜਾ, ਆਪਾਂ ਨੇ ਸਿੱਧਾਂ ਦੇ ਕੋਲ ਪਹੁੰਚਣਾ ਹੈ।
ਜਿੱਥੇ ਸਿੱਧ ਹੰਕਾਰ ਲੈ ਕੇ ਬੈਠੇ ਹੋਏ ਉਹਨਾਂ ਦਾ ਹੰਕਾਰ ਦੂਰ ਕਰਨਾ ਹੈ। ਏ ਮਟਾਏ ਭਲੇ ਮਗਨ ਮਾਈ ਬਖਾਨਤ ਪਾਸ਼ੀ ਸੁਗਤ ਦਾਨਾ। ਮੁਕਤੀ ਦੇ ਦਾਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿ ਰਹੇ ਸਨ, ਮਰਦਾਨਿਆਂ ਇਹਨਾਂ ਸਿੱਧਾਂ ਦੇ ਮਨਾਂ ਦੇ ਭਰਮਾਂ ਨੂੰ ਦੂਰ ਕਰਕੇ ਇਹਨਾਂ ਨੂੰ ਚੰਗੇ ਰਸਤੇ ਦੇ ਉੱਪਰ ਲੈ ਕੇ ਆਉਣਾ ਹੈ, ਇਹਨਾਂ ਨੂੰ ਸੱਚ ਦਾ ਰਸਤਾ ਦਿਖਾਉਣਾ ਹੈ। ਮੁਖ ਬਚਨ ਲਾਏ। ਇਹਨਾਂ ਚਿਰ ਨੂੰ ਭੰਗਰਨਾਥ ਜਿਹੜਾ ਹੈ ਉਹ ਚੱਲਿਆ ਹੋਇਆ ਸੀ ਗੋਰਖਨਾਥ ਦੇ ਕੋਲੋਂ ਆਗਿਆ ਲੈ ਕੇ, ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਆ ਜਾਂਦਾ ਹੈ। ਭਾਈ ਮੋਢੇ ਕਹਾਂ ਜਾਏ ਤੋ ਗਮ ਨ ਜਾਣ ਕੇ। ਆਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਕਹਿੰਦਾ ਕਿ ਮਾਈ ਮੁੰਡੇ ਭਾਵ ਬੱਚੇ, ਮਾਂ ਦੇ ਆ ਮੁੰਡਿਆ, ਮਾਂ ਦੇ ਆ ਬੱਚਿਆ। ਬਾਲਕ ਕਿਹਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ, ਕਹਿੰਦਾ ਤੂੰ ਕਿੱਧਰ ਨੂੰ ਜਾ ਰਿਹਾ ਹੈ? ਭੰਗਰਨਾਥ ਬੜੇ ਹੰਕਾਰ ਵਿੱਚ ਆਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੋਲਦਾ ਹੈ, ਆਗੇ ਦੁਖ ਪਾਏ ਜੇ ਹੈ ਪ੍ਰਾਨ ਕੋ ਗਵਾਏ ਕੋ। ਕਹਿੰਦਾ ਅੱਗੇ ਜਾਏਗਾ ਦੁੱਖ ਪਾਏਗਾ, ਪ੍ਰਾਣ ਵੀ ਗਵਾ ਸਕਦਾ ਹੈ, ਮੌਤ ਵੀ ਆ ਸਕਦੀ, ਕਿੱਧਰ ਨੂੰ ਅੱਗੇ ਨੂੰ ਤੁਰਿਆ ਜਾ ਰਿਹਾ ਹੈ। ਬਿਨਾ ਬਚਾਏ ਹਟ ਕੀਜੇ ਮਹਿ ਮਨ ਕੋ। ਕਹਿੰਦਾ ਤੂੰ ਅੱਗੇ ਜਾਏਗਾ ਆਪਣੀ ਜਾਨ ਨਹੀਂ ਬਚਾ ਸਕੇਗਾ, ਇਸ ਕਰਕੇ ਆਪਣੀ ਆਕੜ ਛੱਡ ਦੇ, ਆਪਣੇ ਗੁਮਾਨ ਨੂੰ ਤਿਆਗ ਦੇਣਾ ਕਰ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਭੰਗਰਨਾਥ ਕਹਿੰਦਾ ਪਿਆ ਹੈ। ਆਗੇ ਚਲੀ ਦੇ ਕੇ ਚਾਹੇ ਗੋਰਖ ਕੋ ਗੁਰੂ ਕਰੋ। ਅਗਲੀ ਗੱਲ ਕਹਿੰਦਾ ਭੰਗਰਨਾਥ ਕਹਿੰਦਾ ਵੀ ਜੇ ਚਾਹੁੰਦਾ ਹੈ ਵੀ ਉੱਪਰ ਜਾਣਾ ਹੈ, ਪਰਬਤ ਦੇ ਉੱਪਰ ਚੜ੍ਹਨਾ ਹੈ, ਫਿਰ ਉਹਦੇ ਵਾਸਤੇ ਇੱਕੋ ਹੀ ਰਸਤਾ ਹੈ। ਕਿਹੜਾ ਰਸਤਾ ਹੈ? ਗੋਰਖ ਨੂੰ ਆਪਣਾ ਗੁਰੂ ਧਾਰਨ ਕਰ ਲੈ, ਭਾਵ ਸਿੱਧ ਬਣ ਜਾ। ਸੇਵਕ ਜਾ ਕੇ ਬਹੁ ਦੇਤ ਮਨ ਗਿਆਨ ਕੋ। ਕਹਿੰਦਾ ਤੂੰ ਸੇਵਕ ਬਣ ਕੇ ਸਾਡੇ ਕੋਲੋਂ ਗਿਆਨ ਲੈ ਲਾ, ਗਿਆਨ ਧਾਰਨ ਕਰ ਲਾ, ਸਾਡੇ ਅੱਗੇ ਝੁਕ ਜਾ, ਫਿਰ ਤੂੰ ਉੱਪਰ ਜਾ ਸਕਦਾ ਹੈ, ਨਹੀਂ ਤਾਂ ਤੂੰ ਉੱਪਰ ਜਿਹੜਾ ਉਹ ਨਹੀਂ ਜਾ ਸਕਦਾ। ਪਾਛੀ ਹਟ ਜਾਏ ਨਾ ਤੇ ਗੁਰੂ ਕਰ ਲਹਿ ਅਬ। ਜਾਂ ਤੇ ਗੁਰੂ ਧਾਰਨ ਕਰ ਲੈ ਜਾਂ ਫਿਰ ਪਿੱਛੇ ਮੁੜ ਜਾ, ਤੇਰੇ ਕੋਲ ਦੋਵਾਂ ਦੇ ਵਿੱਚੋਂ ਇੱਕੋ ਹੀ ਰਸਤਾ ਹੈ। ਦੇ ਮੈਂ ਇੱਕ ਕਿਉਂ ਜੇ ਤੂੰ ਚਾਹੇ ਨਿਜ ਪਾਨ ਕੋ। ਤੂੰ ਦੱਸ ਦੋਵਾਂ ਗੱਲਾਂ ਦੇ ਵਿੱਚੋਂ ਇੱਕ ਗੱਲ ਨੂੰ ਚੁਣਨਾ ਹੈ। ਜੇ ਆਪਣੀ ਜਾਨ ਨੂੰ ਬਚਾਉਣਾ ਚਾਹੁੰਦਾ ਹੈ ਤੇ ਵੇਖ ਲੈ, ਜਾਂ ਸਾਨੂੰ ਗੁਰੂ ਧਾਰਨ ਕਰ ਲੈ ਜਾਂ ਫਿਰ ਪਿੱਛੇ ਮੁੜ ਜਾ। ਇੱਦਾਂ ਕਰਕੇ ਭੰਗਰਨਾਥ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਖਦਾ ਹੈ। ਹੰਸਾ ਹੈ ਮਾਈ ਤਾਂ ਕੋ ਮੂਢ ਹੈ ਮੁੰਡਾਈ ਪੁੰਨਾ। ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾਏ, ਮੁਸਕਰਾ ਕੇ ਕਹਿਣ ਲੱਗੇ, ਕਹਿੰਦੇ ਭੰਗਰਨਾਥ ਸੁਣ, ਤੂੰ ਮੈਨੂੰ ਮਾਈ ਦੇ ਮੁੰਡੇ, ਮਾਈ ਦੇ ਬੱਚੇ, ਬਾਲਕ ਕਿਹਾ ਨਾ। ਮਹਾਰਾਜ ਕਹਿੰਦੇ ਦੇਖ ਸਾਰਾ ਸੰਸਾਰ ਹੀ ਬੱਚਾ ਹੀ, ਕਿਹਦਾ? ਆ ਤ੍ਰਿਸ਼ਨਾ ਦਾ। ਆ ਸਾਰੇ ਤ੍ਰਿਸ਼ਨਾ ਦੇ ਅਧੀਨ ਪਏ ਫਿਰਦੇ ਹੈ। ਹਰ ਬੰਦਾ ਚਾਹੁੰਦਾ ਮੈਨੂੰ ਹੋਰ ਮਿਲ ਜੇ, ਹੋਰ ਚਾਹੀਦਾ ਹੈ। ਦਿਨ ਰਾਤ ਇਹ ਸੰਸਾਰ ਤ੍ਰਿਸ਼ਨਾ ਦੇ ਵਿੱਚ ਲੱਗਾ ਹੋਇਆ ਹੈ। ਮਾਈ ਹੂੰ ਕਿ ਮਾਈ ਸੰਗ ਤਜਨਾ ਸੰਗਾਈਆ। ਸਤਿਗੁਰੂ ਕਹਿਣ ਲੱਗੇ ਭੰਗਰਨਾਥ ਮੈਂ ਤ੍ਰਿਸ਼ਨਾ ਨੂੰ ਮੁੰਨ ਕੇ ਰੱਖਤਾ, ਮੈਂ ਤ੍ਰਿਸ਼ਨਾ ਦੇ ਅਧੀਨ ਨਹੀਂ, ਮੈਂ ਤ੍ਰਿਸ਼ਨਾ ਨੂੰ ਛੱਡਤਾ। ਤੇ ਕੱਲੀ ਤ੍ਰਿਸ਼ਨਾ ਨਹੀਂ ਛੱਡੀ, ਫਿਰ ਤ੍ਰਿਸ਼ਨਾ ਦੀ ਮਾਂ ਜਿਹੜੀ ਮਾਇਆ ਹੈ ਨਾ, ਮੈਂ ਉਹਦਾ ਵੀ ਤਿਆਗ ਕਰ ਦਿੱਤਾ ਹੈ, ਉਹਨੂੰ ਵੀ ਛੱਡ ਦਿੱਤਾ ਹੈ। ਸਤਿਗੁਰੂ ਕਹਿਣ ਲੱਗੇ, ਕਹਿੰਦੇ ਦੁੱਖ ਵੀ ਉਹਨਾਂ ਨੂੰ ਲੱਗਦਾ ਜਿਹੜਾ ਆਪਣੇ ਰਸਤੇ ਤੋਂ ਭਟਕ ਜਾਂਦਾ ਹੈ। ਭੰਗਰਨਾਥ ਮੈਂ ਆਪਣੇ ਰਸਤੇ ਤੋਂ ਭਟਕਿਆ ਨਹੀਂ, ਇਸ ਕਰਕੇ ਮੇਰੇ ਹਿਰਦੇ 'ਚ ਦੁੱਖ ਵੀ ਕੋਈ ਨਹੀਂ ਹੈ। ਸਤਿਗੁਰੂ ਕਹਿਣ ਲੱਗੇ, ਕਹਿੰਦੇ ਭੰਗਰਨਾਥ ਅਸਲ ਵਿੱਚ ਤੁਸੀਂ ਹੰਕਾਰ ਵਿੱਚ ਪੈ ਕੇ ਸਹੀ ਰਸਤੇ ਤੋਂ ਭਟਕ ਚੁੱਕੇ ਹੋ, ਆਪਣੇ ਰਸਤੇ ਤੋਂ ਦੂਰ ਜਾ ਚੁੱਕੇ ਹੋ। ਕਹਿਣ ਲੱਗੇ ਆ ਤੇਰੇ ਗੁਰੂ ਨੇ, ਗੋਰਖਨਾਥ ਨੇ ਵਿਅਰਥ ਹੀ ਐਵੇਂ ਜੋਗ ਕਰ ਕਰਕੇ ਆਪਣੀ ਉਮਰ ਵਧਾ ਕੇ ਰੱਖੀ ਹੋਈ ਹੈ। ਸਤਿਗੁਰੂ ਕਹਿਣ ਲੱਗੇ ਭੰਗਰਨਾਥ ਐਵੇਂ ਦਿਨ ਰਾਤ ਝਗੜੇ ਕਰਦੇ ਰਹਿੰਦੇ ਹੋ, ਲੋਕਾਂ ਦੇ ਨਾਲ ਬਹਿਸ ਕਰਦੇ ਰਹਿੰਦੇ ਹੋ, ਇਹਨਾਂ ਝਗੜਿਆਂ ਦੇ ਵਿੱਚ ਹੀ ਤੁਸੀਂ ਆਪਣਾ ਸਮਾਂ ਵਿਅਰਥ ਗਵਾਈ ਜਾ ਰਹੇ ਹੋ। ਸਤਿਗੁਰੂ ਕਹਿਣ ਲੱਗੇ, ਕਹਿੰਦੇ ਐਵੇਂ ਬਿਨਾਂ ਕਾਰਨ ਲੋਕਾਂ ਦੇ ਉੱਪਰ ਆਪਣਾ ਗਿਆਨ ਥੋਪੀ ਜਾ ਰਹੇ ਹੋ, ਮੇਰੇ ਕੋਲੋਂ ਗਿਆਨ ਲੈ, ਮੇਰੇ ਕੋਲੋਂ ਗਿਆਨ ਲੈ। ਸਤਿਗੁਰੂ ਕਹਿੰਦੇ ਇਦਾਂ ਦੇ ਕੰਮ ਤੁਸੀਂ ਕਰਦੇ ਪਏ ਹੋ। ਸਤਿਗੁਰੂ ਕਹਿਣ ਲੱਗੇ ਆਪਣੇ ਪਖੰਡਾਂ ਦੇ ਵਿੱਚ ਪਾ ਕੇ ਤੁਸੀਂ ਲੋਕਾਂ ਨੂੰ ਭਰਮਾਂ ਦੇ ਵਿੱਚ ਪਾ ਰਹੇ ਹੋ, ਲੋਕਾਂ ਨੂੰ ਪਖੰਡਾਂ 'ਚ ਪਾ ਕੇ ਆਪਣੇ ਅਧੀਨ ਕਰਨ ਦਾ ਐਵੇਂ ਤੁਸੀਂ ਯਤਨ ਕਰਦੇ ਪਏ ਹੋ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਭੰਗਰਨਾਥ ਐਵੇਂ ਬਿਨਾਂ ਕਾਰਨ ਹੀ ਆਪਣੇ ਕੰਨਾਂ ਦੇ ਵਿੱਚ ਛੇਕ ਕਰ ਕਰਕੇ ਮੁੰਦਰਾਂ ਪਾ ਕੇ ਤੁਸੀਂ ਬੈਠੇ ਹੋਏ ਹੋ।
ਸਤਿਗੁਰੂ ਕਹਿਣ ਲੱਗੇ ਆਪਣੇ ਸਰੀਰ ਦੇ ਉੱਪਰ ਉੱਨ ਦੀ ਮਾਲਾ ਪਾ ਕੇ ਐਵੇਂ ਪਖੰਡ ਧਾਰਨ ਕਰਕੇ ਤੁਸੀਂ ਸਾਰੇ ਬੈਠੇ ਹੋਏ ਹੋ। ਆਸਮਾਨ ਲਗਾਏ ਪੱਟ ਭਗਵੇਂ ਰੰਗਾਏ। ਸਤਿਗੁਰੂ ਕਹਿਣ ਲੱਗੇ ਭਗਵੇਂ ਰੰਗ ਦੇ ਤੁਸੀਂ ਕੱਪੜੇ ਪਾਏ ਆ, ਸਰੀਰ ਦੇ ਉੱਪਰ ਤੁਸੀਂ ਸਵਾਹ ਮਲੀ ਹੈ, ਐਦਾਂ ਦੇ ਲੱਛਣ ਜਿਹੜੇ ਤੁਸੀਂ ਧਾਰਨ ਕਰਕੇ ਬੈਠੇ ਹੋ। ਲੀਨੀ ਹੈ ਨਿਵਾਏ ਨਿਜ ਮਾਨਨ ਮਹਾਲ ਹੈ। ਸਤਿਗੁਰੂ ਕਹਿੰਦੇ ਤੁਸੀਂ ਬੇਅਕਲੇ ਹੋ, ਤੁਹਾਨੂੰ ਜੋਗ ਦੀ ਸਮਝ ਕੋਈ ਨਹੀਂ, ਅਸਲ ਜੁਗਤ ਦੇ ਬਾਰੇ ਤੁਹਾਨੂੰ ਸਮਝ ਕੋਈ ਨਹੀਂ ਆਈ, ਐਵੇਂ ਆਪਣੇ ਆਪ ਨੂੰ ਤੁਸੀਂ ਜੋਗੀ ਕਹੀ ਜਾ ਰਹੇ ਹੋ। ਜੋਗ ਕੀ ਜੁਗਤ ਨਹੀਂ ਜਾਣੀ ਬਿਮਤ ਨਿਜ। ਸਤਿਗੁਰੂ ਕਹਿੰਦੇ ਅਸਲ ਜੋਗ ਦੇ ਬਾਰੇ ਤੁਹਾਨੂੰ ਸਮਝ ਹੀ ਨਹੀਂ ਆਈ। ਮਹਾਰਾਜ ਨੇ ਪਾਵਨ ਬਾਣੀ ਵਿੱਚ ਕਿਹਾ ਜੋਗ ਨਾ ਪਾਇਆ ਜੁਗਤ ਗਵਾਈ, ਕਿਤ ਕਾਰਨ ਸਿਰ ਛਾਈ ਪਾਈ। ਕਾਹਦੇ ਲਈ ਸਵਾਹ ਪਾ ਕੇ ਤੁਰੇ ਫਿਰਦੇ ਹੋ? ਜੋਗ ਦੇ ਬਾਰੇ, ਰੱਬ ਦੇ ਬਾਰੇ ਤੁਹਾਨੂੰ ਸਮਝ ਕੋਈ ਨਹੀਂ ਹੈ। ਜੋਗੀ ਤੇ ਕਹੈ ਜੋਗ ਤੂੰ ਹੈ ਅਨਜਾਨ ਹੈ। ਸਤਿਗੁਰੂ ਕਹਿਣ ਲੱਗੇ ਅਸਲ ਵਿੱਚ ਤੁਸੀਂ ਜੋਗੀ ਹੁੰਦੇ ਹੋਏ ਵੀ ਅਸਲ ਜੋਗ ਤੋਂ ਅਜੇ ਅਣਜਾਣ ਹੋ। ਔਰ ਹੈ ਵਧਾਈ ਗੁਰ ਪੰਥ ਸੋ ਬਰਿਓ ਦੂਰ। ਸਤਿਗੁਰੂ ਕਹਿਣ ਲੱਗੇ ਸਾਹ ਰੋਕ ਰੋਕ ਕੇ ਆਪਣੀਆਂ ਉਮਰਾਂ ਤੁਸੀਂ ਵਧਾ ਲੀਆਂ ਤੇ ਅਸਲ ਮਾਰਗ ਤੋਂ ਤੁਸੀਂ ਭਟਕ ਚੁੱਕੇ ਹੋ। ਸਹਿਜ ਸਰੂਪ ਕੋ ਹਜ਼ੂਰ ਕੇ ਬਜਾਨੀ ਹੈ। ਸਤਿਗੁਰੂ ਕਹਿਣ ਲੱਗੇ ਕਿ ਅਕਾਲ ਪੁਰਖ ਵਾਹਿਗੁਰੂ ਤੋਂ ਤੁਸੀਂ ਦੂਰ ਚਲੇ ਗਏ ਹੋ। ਇੱਕ ਹੋਰ ਪੜ੍ਹ ਦੂਰ ਚਲੇ ਗਏ ਹੋ, ਇਸ ਕਰਕੇ ਤੁਹਾਨੂੰ ਸਮਝ ਕੋਈ ਨਹੀਂ। ਸਹਿਜ ਪ੍ਰਾਪਤ ਕਰਨਾ ਸੀ, ਉਹ ਸਹਿਜ ਤੁਹਾਨੂੰ ਅਜੇ ਤੱਕ ਪ੍ਰਾਪਤ ਨਹੀਂ ਹੋ ਸਕਿਆ। ਮਹਾਰਾਜ ਨੇ ਇੰਨੇ ਹੀ ਅਜੇ ਬਚਨ ਕਹੇ, ਭੰਗਰਨਾਥ ਤੁਸੀਂ ਭਟਕ ਚੁੱਕੇ ਹੋ। ਭੰਗਰਨਾਥ ਨੇ ਸਵਾਲ ਜਵਾਬ ਕੀ ਕਰਨੇ ਸੀ ਮਹਾਰਾਜ ਦੇ ਨਾਲ, ਚੁੱਪ ਕਰ ਗਿਆ। ਉਹਨੂੰ ਅੱਗੋਂ ਜਵਾਬ ਹੀ ਕੋਈ ਨਹੀਂ ਆਇਆ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਬੋਲ ਨਹੀਂ ਸਕਿਆ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲੋਂ ਦੌੜ ਗਿਆ ਭੰਗਰਨਾਥ। ਉਸੇ ਵਕਤ ਗੋਰਖਨਾਥ ਦੇ ਆਪਣੇ ਗੁਰੂ ਦੇ ਕੋਲ ਜਾ ਕੇ ਆਸਣ ਲਾ ਕੇ ਬੈਠ ਗਿਆ ਹੈ। ਜਦੋਂ ਗੋਰਖਨ ਉਹ ਭੰਗਰਨਾਥ ਦੌੜ ਗਿਆ, ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਅੱਗੇ ਨੂੰ ਤੁਰ ਪੈਂਦੇ ਐ। ਜਿਹੜੇ ਪਹਾੜਾਂ ਦਾ ਬੜਾ ਕਠਿਨ ਰਸਤਾ ਸੀ, ਸਤਿਗੁਰੂ ਉਧਰ ਨੂੰ ਅੱਗੇ ਨੂੰ ਤੁਰੇ ਜਾ ਰਹੇ ਸਨ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਊਨਾ ਪਹਾੜ ਦਾ ਨਾਮ ਸੀ, ਉਹਦੇ ਉੱਪਰ ਜਾ ਕੇ ਸਤਿਗੁਰੂ ਬੈਠ ਜਾਂਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਬੜੇ ਉੱਥੇ ਸੁੰਦਰ ਸ਼ੋਭਨੀਕ ਲੱਗ ਰਹੇ ਸਨ। ਇਵੇਂ ਕਰਕੇ ਸਿੱਧਾਂ ਦੇ ਨਾਲ ਚਰਚਾ ਹੋ ਰਹੀ ਸੀ। ਸਿੱਧ ਬਾਰ-ਬਾਰ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਚਰਚਾ ਕਰਨ ਆਉਂਦੇ ਹੈ।